ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਈ ਜਨਮਾਂ ਤੋਂ ਮਾਇਕੀ ਸੰਗਤ ਕਰਕੇ ਆਪਣਾ ਇਹ ਮਲੀਨ ਜੀਵਨ ਬਣਾਇਆ ਹੈ ਤੇ ਇਸ ਲਈ ਸਾਨੂੰ ਲਗਾਤਾਰ ਸੰਗਤ ਚਾਹੀਦੀ ਹੈ। ਪਰ ਕਈ ਐਸੇ ਜੀਵ ਹਨ ਜਿਹੜੇ ਦੂਰ ਦਰੇਡੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਨਾਮ ਰੰਗਣ ਵਾਲੀ ਸੰਗਤ, ਸ਼ਖਸੀ ਸੰਗਤ ਹਰ ਰੋਜ਼ ਨਸੀਬ ਨਹੀਂ ਹੁੰਦੀ। ਸੋ ਉਸ ਲਈ ਲਗਾਤਾਰ ਸੰਗਤ ਵਿੱਚ ਰਹਿਣ ਲਈ ਲਿਖਤੀ ਸੰਗਤ ਜਿਹੜੇ ਕਿ ਉਹ ਘਰ ਬੈਠ ਕੇ ਕਰ ਸਕਦੇ ਹਨ ਤੇ ਉਸ ਦਾ ਅਸਰ ਕਿਵੇਂ ਸਾਡੇ ਤੇ ਪੈਂਦਾ ਹੈ। ਸੋ ਇਹਨਾਂ ਵਿਚਾਰਾਂ ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਗੁਰਬਾਣੀ ਵਿਚਾਰ ਦਾ ਲੇਖ ਲਿਖਤਾਂ ਦੀ ਸੰਗਤ ਸਾਡੇ ਖਿਆਲਾਂ, ਭਾਵਨਾਵਾਂ ਅਤੇ ਵਲਵਲਿਆਂ ਦੇ ਪ੍ਰਗਟਾਉਣ ਦੇ ਸਾਧਨਾਂ ਵਿੱਚੋਂ ਲਿਖਤ ਇੱਕ ਉੱਤਮ ਅਤੇ ਕਾਰਗਰ ਸਾਧਨ ਹਨ। ਬਚਨ ਅਥਵਾ ਬੋਲੀ ਦੁਆਰਾ ਜਿਹੜੇ ਅਸੀਂ ਖਿਆਲ ਪ੍ਰਗਟ ਕਰਦੇ ਹਾਂ, ਇਹ ਖਿਆਲ ਜਾਂ ਭਾਵਨਾਵਾਂ ਕੇਵਲ ਸਰੋਤਿਆਂ ਉੱਤੇ ਬਹੁਤ ਥੋੜੇ ਸਮੇਂ ਲਈ ਅਸਰ ਕਰਦਾ ਹੈ, ਜੋ ਛੇਤੀ ਹੀ ਭੁੱਲ ਜਾਂਦਾ ਹੈ। ਪਰ ਲਿਖਤ ਵਿੱਚ ਅੰਕਿਤ ਕੀਤੇ ਗਏ ਖਿਆਲ ਅਥਵਾ ਭਾਵਨਾਵਾਂ ਅਨੰਤ ਸਮੇਂ ਤਾਈਂ ਸਾਂਭ ਕੇ ਰੱਖਿਆ ਜਾ ਸਕਦੀਆਂ ਹਨ ਅਤੇ ਆਉਂਦੀਆਂ ਪੀੜ੍ਹੀਆਂ ਲਈ ਇੱਕ ਵੱਡਮੁੱਲਾ ਖਜ਼ਾਨਾ ਬਣਦਾ ਹੈ। ਭਾਵੇਂ ਲਿਖਤਾਂ ਕਾਗਜ਼, ਕਲਮ ਜਾਂ ਛਾਪੇਖਾਨੇ ਰਾਹੀਂ ਸਾਂਭ ਕੇ ਰੱਖਿਆ ਜਾਂਦੀਆਂ ਹਨ, ਪਰ ਇਹਨਾਂ ਮਾਦੀ ਦੀਸਣਹਾਰ ਅੱਖਰਾਂ ਦੇ ਪਿੱਛੇ ਲਿਖਾਰੀ ਦੀਆਂ ਭਾਵਨਾਵਾਂ, ਸੂਖਮ ਵਲਵਲਿਆਂ ਦੇ ਕਟਾਖ ਅਤੇ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਸਦਾ ਲਈ ਉਸੇ ਤਰ੍ਹਾਂ ਝਲਕਾਂ ਮਾਰਦੀ ਹੈ। ਕਈ ਸਦੀਆਂ ਮਗਰੋਂ ਵੀ ਜਦ ਵੀ ਅਸੀਂ ਇਹਨਾਂ ਲਿਖਤਾਂ ਨੂੰ ਪੜ੍ਹਦੇ ਅਤੇ ਵਿਚਾਰ ਕਰਦੇ ਹਾਂ ਤਾਂ ਲਿਖਾਰੀ ਦੀਆਂ ਅਤ ਸੂਖਮ, ਡੂੰਘੀਆਂ, ਤੀਖਣ ਭਾਵਨਾਵਾਂ ਤੇ ਵਲਵਲਿਆਂ ਦਾ ਸਾਡੇ ਮਨ ਤੇ ਜਾਦੂ ਵਰਗਾ ਅਸਰ ਹੁੰਦਾ ਹੈ। ਇਸੇ ਲਈ ਗੁਰਬਾਣੀ ਅਤੇ ਹੋਰ ਅਵਤਾਰਾਂ ਦੀਆਂ ਬਾਣੀਆਂ ਕਈ ਸਦੀਆਂ ਮਗਰੋਂ ਵੀ ਉਸੇ ਤਰ੍ਹਾਂ ਤਾਜ਼ੀਆਂ, ਜਿਉਂਦੀਆਂ ਜਾਗਦੀਆਂ, ਅਸਰਦਾਇਕ ਹੁੰਦੀਆਂ ਹਨ ਅਤੇ ਸਾਡੇ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਸੂਖਮ ਵਲਵਲਿਆਂ ਅਤੇ ਸ਼ਰਧਾ ਭਾਵਨੀ ਨੂੰ ਮੁੜ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੀਆਂ ਹਨ। ਇਹ ਲੇਖਣੀਆਂ, ਇਹ ਗੁਰਬਾਣੀ ਭਗਤਾਂ ਦੀ, ਗੁਰੂ ਸਾਹਿਬਾਨ ਦੀ, ਇਹ ਸਾਡੀ ਸ਼ਰਧਾ ਭਾਵਨੀ ਅਤੇ ਸਾਡੇ ਸੁੱਤੇ ਹੋਏ ਸੂਖਮ ਵਲਵਲਿਆਂ ਨੂੰ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੇ ਹਨ। ਇਹਨਾਂ ਇਲਾਹੀ ਬਾਣੀਆਂ ਅਥਵਾ ਸੰਤਾਂ ਭਗਤਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਇਹਨਾਂ ਨੂੰ ਵਿਚਾਰ ਕੇ ਸਾਡਾ ਮਨ ਕਿਸੇ ਆਤਮਿਕ ਰਸ ਅਤੇ ਪ੍ਰੇਮ ਸਵੈਪਨਾ ਦੇ ਹੁਲਾਰੇ ਮਾਣਦਾ ਹੈ। ਹਾਂ ਵਾਰੀ ਜੀਓ ਵਾਰੀ ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੈ, ਦਰ ਸੱਚੈ ਸੋਭਾ ਪਾਵਣਿਆ। ਰਾਮ ਪੜੈ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ। ਅੰਦਰ ਲਾਲ ਜਵਹਿਰੀ ਗੁਰਮੁਖ ਹਰ ਨਾਮ ਪੜ, ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ ਪੜ ਪਾਵੈ ਮਾਨ। ਆਪਾ ਮਦੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਦੂਜੇ ਪਾਸੇ ਜੇ ਲਿਖਾਰੀ ਮਾਇਕੀ ਰੰਗਤ ਦੀਆਂ ਤੀਬਰ ਅਤੇ ਤੀਖਣ ਭਾਵਨਾਵਾਂ ਨਾਲ ਕੋਈ ਲੇਖਣੀ ਲਿਖਦਾ ਹੈ ਤਾਂ ਉਸ ਦਾ ਵੀ ਦੁਨਿਆਵੀ ਮਨਾਂ ਉਤੇ ਅਤ ਡੂੰਘਾ ਅਤੇ ਤੀਬਰ ਅਸਰ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਐਸੀ ਮਾਇਕੀ ਰੰਗਤ ਅਥਵਾ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਵਲਵਲਿਆਂ ਤੇ ਖਿਆਲਾਂ ਦੀ ਰੋੜ ਵਿੱਚ ਸਹਿ ਸੁਭਾਏ ਰੁੜੇ ਜਾ ਰਹੇ ਹਨ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਵ ਦ੍ਰਿੜਾਇਆ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸ ਦੇ ਸਰਾਣੇ ਪਈਆਂ ਕਿਤਾਬਾਂ ਵੇਖ ਲਓ। ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸ ਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਸੋ ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸ ਸ਼ਖਸ ਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉੱਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਉਂ ਜਿਹਾ ਬਹੁਤਾ ਸਾਹਿਤ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਅਖਲਾਕ ਵੀ ਉਹ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਬਹੁਤ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ
ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹ ਜਿਹਾ ਹੀ ਸਾਹਿਤ ਤੇ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਿਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਹੀ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰ ਕਰਨਾ, ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ। ਕਿਸੇ ਵੀ ਲਿਖਤ ਨੂੰ ਪੜ੍ਹ ਕੇ ਉਸ ਨੂੰ ਵਿਚਾਰ ਕੇ ਉਸ ਦਾ ਅਸਰ ਲੈਣਾ ਹੀ ਇਹ ਲਿਖਤ ਨਾਲ ਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ। ਹਾਂਜੀ, ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਵੀ ਦੇਰ ਤਾਈਂ ਰਹਿੰਦਾ ਹੈ। ਉੱਤਮ ਆਤਮਿਕ ਗ੍ਰੰਥਾਂ ਅਥਵਾ ਗੁਰਬਾਣੀ ਦੀ ਸੰਗਤ ਕਰਨ ਨਾਲ ਸਾਨੂੰ ਅਤਿਅੰਤ ਆਤਮਿਕ ਲਾਹੇ ਪ੍ਰਾਪਤ ਹੁੰਦੇ ਹਨ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਕਿਤਾਬਾਂ ਦੀਆਂ ਦੁਕਾਨਾਂ ਉੱਤੇ ਨਾਵਲਾਂ ਅਤੇ ਹੋਰ ਅਨੇਕਾਂ ਰਾਜਸੀ ਅਤੇ ਤਾਮਸੀ ਰੰਗਤ ਵਾਲੀਆਂ ਜਿਵੇਂ ਕਿ ਫਿਲਮੀ ਮੈਗਜ਼ੀਨਸ, ਗੰਦੇ ਰਸਾਲੇ ਤੇ ਅਖਬਾਰਾਂ ਦੀ ਪਰਮਾਰ ਹੈ, ਜੋ ਆਮ ਖਲਕਤ ਬੜੇ ਸ਼ੌਕ ਅਤੇ ਦਿਲਚਸਪੀ ਨਾਲ ਖਰੀਦਦੀ ਹੈ ਅਤੇ ਪੜ੍ਹਦੀ ਹੈ। ਇਸ ਦੇ ਉਲਟ ਗੁਰਮੁਖ ਪਿਆਰਿਆਂ, ਭਗਤਾਂ, ਸੰਤਾਂ ਜਿਹਾ ਕਿ ਭਾਈ ਗੁਰਦਾਸ ਜੀ, ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਆਦਿ ਇਹਨਾਂ ਮਹਾਂਪੁਰਖਾਂ ਦੀਆਂ ਉੱਤਮ ਦੈਵੀ ਰਚਨਾਵਾਂ ਦੇ ਗਾਹਕ ਟਾਵੇਂ ਟਾਵੇਂ ਹੀ ਹੁੰਦੇ ਹਨ। ਇੱਕ ਤਾਂ ਇਹਨਾਂ ਲਿਖਤਾਂ ਨੂੰ ਪੜ੍ਹਨ ਵਾਲੇ ਟਾਵੇਂ ਟਾਵੇਂ ਹੁੰਦੇ ਹਨ, ਪਰ ਜਿਹੜੇ ਪੜ੍ਹਦੇ ਹਨ ਇਹਨਾਂ ਲਿਖਤਾਂ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਇਹਨਾਂ ਤੋਂ ਆਤਮਿਕ ਲਾਹਾ ਲੈ ਕੇ ਆਪਣੇ ਜੀਵਨ ਨੂੰ ਸੇਧ ਦੇਣ ਵਾਲੇ ਉਸ ਤੋਂ ਵੀ ਘੱਟ ਹੁੰਦੇ ਹਨ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੇ ਮੋਏ ਮਾਇਆ, ਅਗਿਆਨਮਤੀ ਸਦਾ ਅੰਧਿਆਰਾ, ਗੁਰਮੁਖ ਬੂਝਾਰ ਗਾਵਣਿਆ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗੇ ਕਾ ਨਿਸ਼ਾਨ। ਸਿਮਰਤ ਸ਼ਾਸਤਰ ਪੜ੍ਹੇ ਪੁਰਾਣਾ, ਵਾਦ ਵਖਾਣੇ ਤਤ ਨ ਜਾਣਾ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਮੂਰਖ ਪੜ੍ਹੇ ਸ਼ਬਦ ਨ ਬੂਝੈ, ਗੁਰਮੁਖ ਵਿਰਲੇ ਜਾਤਾ ਹੈ। वेद पुराण पढ़े का क्या गुण, खर चंदन जस पारा। राम नाम की गत नहीं जानी, कैसे उतरस पारा। गावन पढ़न विचार बहु, कोट मदे विरला गत पावे। इसे ਲਈ ਜੀਵਨ ਨੂੰ ਉੱਤਮ ਆਤਮਿਕ ਸੇਧ ਦੇਣ ਲਈ ਉੱਚੀਆਂ ਅਤੇ ਦੈਵੀ ਭਾਵਨਾਵਾਂ ਵਾਲੇ ਸਾਹਿਤ ਦੇ ਲਿਖਣ ਦੀ ਵਡਿਆਈ ਅਤੇ ਪ੍ਰੇਰਣਾ ਕੀਤੀ ਗਈ ਹੈ। ਭਾਵ ਕਲਮ ਕਰ, ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਏ ਮਾਇਆ ਜੰਜਾਲ। ਰਸਨਾ ਰਮੋ ਰਾਮ ਗੁਣ ਨੀਤ, ਸੁਖ ਪਾਓ ਮੇਰੇ ਭਾਈ ਮੀਤ। ਲਿਖ ਲੇਖਣ ਕਾਗਦ ਮਸਵਾਣੀ, राम नाम हर अमृत बाणी। हर जस लिखे लाए भावनी से हस्त पविता। हर जस लिखे बेअंत सोहे से हथा। गुण गाए सुन लिख दे, सो सरफ फल हर ले। कुल समूह करत उदार, संसार उतरस पार। सुन पांडे क्या लिखो जंजाला, लिख राम नाम गुरमुख गोपाला। तन सो कागत कलम तन, तन पांडा तनमस। तन लेखारी नानका, जिन नाम लिखाया सच। दूजे पासे नीवी मायकी रंगत वाले साहित्य दे लिखण दी बाबत गुरबाणी विच इउं ताड़ना कीती गई है। कलम जलों सण मसवाणी है, कागद भी जल जाओ। लिखण वाला जल बलो, जिन लिखिया दूजा पाओ। लिखदियां कागद मस खोई, दूजे पाए सुख पाए न कोई। कूड़ लिखै ते कूड़ कमावे, जल जावे कूड़ चितलावणे। नीवियां रुचियां वाली लिखतां दी कुसंगत द्वारा साडे मन उते अत्यंत मैला ਅਤੇ हानिकारक असर होंदा है, जो साडे कई जन्मां ताईं नाल जांदा है। हाँ जी,
ਇਹ ਨੀਵੀਆਂ ਰੁਚੀਆਂ ਜਾਂ ਨੀਵੀਂ ਲਿਖਤਾਂ ਦੁਆਰਾ ਜੋ ਅਸੀਂ ਨੀਵੀਆਂ ਰੁਚੀਆਂ ਉਪਜਦੀਆਂ ਹਨ ਸਾਡੇ ਅੰਦਰ, ਇਹ ਕਈ ਜਨਮਾਂ ਤਾਈਂ ਸਾਡੇ ਨਾਲ ਜਾਂਦੀਆਂ ਹਨ। ਸੋ ਨੀਵੀਆਂ ਰੁਚੀਆਂ ਵਾਲੀਆਂ ਲਿਖਤਾਂ ਜਾਂ ਕਿਤਾਬਾਂ ਪੜ੍ਹ ਕੇ ਸਾਡਾ ਮਨ ਇਤਨਾ ਮਲੀਨ ਅਤੇ ਕਠੋਰ ਹੋ ਜਾਂਦਾ ਹੈ ਕਿ ਸਾਨੂੰ ਉੱਚੀਆਂ ਦੈਵੀ ਲਿਖਤਾਂ ਜਾਂ ਗੁਰਬਾਣੀ ਨੂੰ ਪੜ੍ਹਨ ਅਥਵਾ ਵਿਚਾਰਨ ਦੀ ਰੁਚੀ ਨਹੀਂ ਉਪਜਦੀ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਦੂਜੇ ਭਾਏ ਪੜੈ ਨਹੀਂ ਬੂਝੈ, ਤ੍ਰਿਬਦ ਮਾਇਆ ਕਾਰਨ ਲੂਝੈ। ਤ੍ਰੈ ਗੁਣ ਪੜੈ ਹਰ ਤਤ ਨ ਜਾਣੈ, ਮੂਲੋਂ ਭੂਲੈ ਗੁਰ ਸ਼ਬਦ ਨ ਪਛਾਣੈ। ਰੀਰੀ ਲੱਲੀ ਪਾਪ ਕਮਾਣੇ, ਪੜ ਅਵਗੁਣ ਗੁਣ ਵੀਸਰਿਆ। ਮਨ ਐਸਾ ਲੇਖਾ ਤੂੰ ਕੀ ਪੜਿਆ। ਮੂਰਖ ਦੁਬਦਾ ਪੜੈ, ਮੂਲ ਨ ਪਛਾਣੈ, ਬਿਰਥਾ ਜਨਮ ਗਵਾਇਆ। ਸੋ ਗੁਰਬਾਣੀ ਵਿੱਚ ਸਾਨੂੰ ਹਰ ਗੁਣ ਅਤੇ ਹਰ ਕਥਾ ਪੜ੍ਹਨ ਦੁਆਰਾ ਉੱਤਮ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ। ਗੁਰਮੁਖ ਹਰ ਪੜ੍ਹੀਏ, ਗੁਰਮੁਖ ਹਰ ਸੁਣੀਏ। ਹਰ ਜਪਤ ਸੁਣਤ ਦੁਖ ਜਾਏ ਜਿਉ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, हर पौजल पार उतारी। हर पढ़ना, हर बुझना, हर स्यों रखो प्यार। हर पढ़िए, हर बुझिए, गुरमति नाम उधारा। गुर पूरे पूरी मत है, पूरे शब्द विचारा। हर सलाहे हर पढ़े, गुर के शब्द विचार। वाहिगुरु जी का खालसा, वाहिगुरु जी की